हाँ जी स्टूडेंट्स, नैक्सट ਅਸੀਂ ਜਿਹੜਾ ਟੌਪਿਕ ਕਵਰ ਕਰਨਾ 14.15 ਡਿਸਪਲੇਇੰਗ ਨੂਮੈਰੀਕਲ ਵੈਲਿਊਜ਼ ਕਿ ਜੇਕਰ ਤੁਸੀਂ ਐਪਲੇਟ ਦੇ ਥਰੂ ਕੋਈ ਨੂਮੈਰੀਕਲ ਵੈਲਿਊਜ਼ ਨੂੰ ਡਿਸਪਲੇ ਕਰਵਾਉਣਾ, ਪ੍ਰਿੰਟ ਕਰਵਾਉਣਾ, ਠੀਕ ਹੈ, ਤਾਂ ਤੁਸੀਂ ਕਿੱਦਾਂ ਕਰ ਸਕਦੇ ਹੋ। ਤਾਂ ਇੱਥੇ ਤੁਹਾਡੇ ਧਿਆਨ ਚ ਹੋਊਗਾ ਬੇਟਾ ਕਿ ਜਦੋਂ ਅਸੀਂ ਬੈਕ ਐਗਜ਼ਾਮਪਲਸ ਦੇ ਵਿੱਚ ਡਰਾ ਸਟ੍ਰਿੰਗ ਜਿਹੜਾ ਫੰਕਸ਼ਨ ਹੈ ਅਸੀਂ ਲਿਖਦੇ ਸੀ ਨਾ ਜੀ ਡਾਟ ਡਰਾ ਸਟ੍ਰਿੰਗ ਫੰਕਸ਼ਨ ਦੇ ਵਿੱਚ ਅਸੀਂ ਕੋਈ ਵੀ ਇੱਕ ਸਟ੍ਰਿੰਗ ਵੈਲਿਊ ਦਿੰਦੇ ਸੀ ਤੇ ਦੱਸਦੇ ਸੀ ਕਿ ਉਹ 10y ਮਤਲਬ x ਦੀ ਤੇ y ਦੀ ਕਿਹੜੀ ਪੋਜੀਸ਼ਨ ਤੇ ਪ੍ਰਿੰਟ ਹੋਵੇ। ਕਲੀਅਰ। ਤਾਂ ਆਹ ਜਿਹੜੀ ਵੈਲਿਊ ਹੁੰਦੀ ਸੀ ਇਹ ਸਟ੍ਰਿੰਗ ਵੈਲਿਊ ਹੁੰਦੀ ਸੀ। ਤਾਂ ਇੱਦਾਂ ਕਰਕੇ ਜੇ ਤੁਸੀਂ ਨੂਮੈਰੀਕਲ ਵੈਲਿਊਜ਼ ਨੂੰ ਪ੍ਰਿੰਟ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਨੂਮੈਰੀਕਲ ਨੂੰ ਸਟ੍ਰਿੰਗ ਡਾਟਾ ਟਾਈਪ ਦੇ ਵਿੱਚ ਕਨਵਰਟ ਕਰਨਾ ਪਊਗਾ। ਰੀਜ਼ਨ ਹੈ ਕਿ ਜਿਹੜਾ ਡਰਾ ਸਟ੍ਰਿੰਗ ਫੰਕਸ਼ਨ ਹੈ ਗ੍ਰਾਫਿਕਸ ਕਲਾਸ ਦਾ, ਉਹ ਜੋ ਵੈਲਿਊ ਪ੍ਰਿੰਟ ਕਰਵਾਓ ਉਹਨੂੰ ਸਟ੍ਰਿੰਗ ਮੰਨ ਕੇ ਪ੍ਰਿੰਟ ਕਰਵਾ ਰਿਹਾ। ਤਾਂ ਜੇਕਰ ਮੈਂ ਐਗਜ਼ਾਮਪਲ ਦੇ ਵਿੱਚ ਪਹਿਲਾਂ ਇੱਕ ਇੰਟ ਏ ਵੇਰੀਏਬਲ ਲੈ ਲਾਂ 5 ਤੇ ਬਾਅਦ ਦੇ ਵਿੱਚ ਜੀ ਡਾਟ ਡਰਾ ਫੰਕਸ਼ਨ ਜਦੋਂ ਆਪਾਂ ਪਾਉਣੇ ਹੈਗੇ, ਠੀਕ ਹੈ, ਡਰਾ ਸਟ੍ਰਿੰਗ ਫੰਕਸ਼ਨ ਦੇ ਨਾਲ ਮੈਂ ਇੱਥੇ ਏ ਡਾਇਰੈਕਟ ਹੀ ਦੇ ਦਿਆਂ ਤੇ ਉਹਨੂੰ ਪ੍ਰਿੰਟ ਕਰਨ ਨੂੰ ਕਹਾਂ ਤਾਂ ਇਹ ਚੀਜ਼ ਪ੍ਰਿੰਟ ਨਹੀਂ ਹੋਊਗੀ ਕਿਉਂਕਿ ਇਹ ਜੋ ਵੈਲਿਊ ਪ੍ਰਿੰਟ ਕਰੋ ਉਸਨੂੰ ਸਟ੍ਰਿੰਗ ਡਾਟਾ ਟਾਈਪ ਦਾ ਹੋਣਾ ਚਾਹੀਦਾ। ਬਟ ਮੇਰੀ ਵੈਲਿਊ ਕਿਹੜੀ ਹੈ? ਇੰਟੀਜਰ ਡਾਟਾ ਟਾਈਪ। ਤਾਂ ਇਸ ਦਾ ਹੱਲ ਕੀ ਹੈ ਕਿ ਤੁਸੀਂ ਉਸਨੂੰ ਕਨਵਰਟ ਕਰੋ ਤੇ ਕਨਵਰਟ ਕਿਸ ਮੈਥਡ ਦੇ ਨਾਲ ਯੂਜ਼ ਕਰੋ? ਵੈਲਿਊ ਆਫ। ਜੇਕਰ ਤੁਹਾਡੇ ਸ਼ੁਰੂ 'ਚ ਯਾਦ ਹੋਵੇ ਤਾਂ ਇੱਕ ਦੋ ਐਗਜ਼ਾਮਪਲਸ ਦੇ ਵਿੱਚ ਤੁਹਾਨੂੰ ਮੈਂ ਸਟ੍ਰਿੰਗ ਨੂੰ ਨੰਬਰ ਦੇ ਵਿੱਚ ਕਨਵਰਟ ਕਰਨਾ ਜਾਂ ਸਟ੍ਰਿੰਗ ਨੂੰ ਫਲੋਟ ਵੈਲਿਊਜ਼ ਦੇ ਵਿੱਚ, ਫਲੋਟ ਨੂੰ ਨੂਮੈਰੀਕਲ ਦੇ ਵਿੱਚ, ਇੰਟੀਜਰ ਦੇ ਵਿੱਚ ਕਨਵਰਟ ਕਰਨਾ ਕਰਵਾਇਆ ਸੀ। ਇੱਕ ਅਸੀਂ ਫੰਕਸ਼ਨ ਕਰਦੇ ਸੀ ਇੰਟੀਜਰ ਡਾਟ ਪਾਰਸ ਇੰਟ, ਤਾਂ ਉਹਦੇ ਵਿੱਚ ਵੀ ਅਸੀਂ ਕਨਵਰਜਨ ਕਰਦੇ ਸੀ। ਇੱਦਾਂ ਹੀ ਜੇਕਰ ਤੁਸੀਂ ਨੂਮੈਰੀਕਲ ਨੂੰ ਨੰਬਰ ਨੂੰ ਸਟ੍ਰਿੰਗ ਦੇ ਵਿੱਚ ਬਦਲਣਾ ਚਾਹੁੰਦੇ ਹੋਗੇ ਤਾਂ ਤੁਸੀਂ ਵੈਲਿਊ ਆਫ ਫੰਕਸ਼ਨ ਨੂੰ ਯੂਜ਼ ਕਰ ਸਕਦੇ ਹੋ ਜਿਹੜਾ ਕਿ ਸਟ੍ਰਿੰਗ ਕਲਾਸ ਦਾ ਫੰਕਸ਼ਨ ਹੈ। ਤਾਂ ਇਸ ਦੀ ਇੱਕ ਐਗਜ਼ਾਮਪਲ ਦੇਖਦੇ ਹਾਂ ਅਸੀਂ। ਇਸ ਐਗਜ਼ਾਮਪਲ ਦੇ ਵਿੱਚ ਅਸੀਂ ਇੱਕ ਜਾਵਾ ਦੀ ਫਾਈਲ ਬਣਾਈ ਜਿਹਦੇ ਵਿੱਚ ਅਸੀਂ ਦੋਨੋਂ ਪੈਕੇਜ AWT ਤੇ ਐਪਲੇਟ ਪੈਕੇਜ ਨੂੰ ਇਨਹੈਰਿਟ ਮਤਲਬ ਇੰਪੋਰਟ ਕੀਤਾ। ਉਸ ਤੋਂ ਬਾਅਦ ਅਸੀਂ ਐਪਲੇਟ ਕਲਾਸ ਨੂੰ ਕੀਤਾ ਇਨਹੈਰਿਟ ਤੇ ਜਿਸ ਦੇ ਵਿੱਚ ਅਸੀਂ ਪੇਂਟ ਫੰਕਸ਼ਨ ਬਣਾਇਆ। ਸਾਡਾ ਪੇਂਟ ਫੰਕਸ਼ਨ ਦੇ ਵਿੱਚ ਅਸੀਂ ਦੋ ਨੂਮੈਰਿਕ ਵੈਲਿਊਜ਼ ਲਈਆਂ, ਦੋਨਾਂ ਨੂੰ ਪ੍ਰਿੰਟ ਕਰਕੇ ਨੂਮੈਰਿਕ ਹੀ ਵੈਲਿਊ ਯਾਨੀ ਕਿ ਇੰਟੀਜਰ ਵੈਲਿਊ ਸਮ ਦੇ ਵਿੱਚ ਪਾਤਾ। ਹੁਣ ਜਿਹੜਾ ਸਮ ਹੈ ਇਸ ਦੀ ਡਾਟਾ ਟਾਈਪ ਕਿਹੜੀ ਹੈ? ਇੰਟ। ਤਾਂ ਇਸ ਸਮ ਨੂੰ ਇੰਟ ਨੂੰ ਸਾਨੂੰ ਸਟ੍ਰਿੰਗ ਦੇ ਵਿੱਚ ਬਦਲਣਾ ਪਊ ਤੇ ਉਹਦੇ ਲਈ ਤੁਸੀਂ ਆਹ ਵਾਲੀ ਲਾਈਨ ਕਰੋ ਚੈੱਕ। ਤਾਂ ਅਸੀਂ ਲਿਖਿਆ ਸਟ੍ਰਿੰਗ ਡਾਟ ਵੈਲਿਊ ਆਫ ਸਮ। ਆ ਜ਼ਰੂਰੀ ਨਹੀਂ ਬੇਟਾ, ਆ ਤਾਂ ਬਾਅਦ ਦੇ ਵਿੱਚ ਕਰਦੇ ਆਪਾਂ। ਤਾਂ ਅਸੀਂ ਸਮ ਦੀ ਵੈਲਿਊ ਨੂੰ ਸਟ੍ਰਿੰਗ ਡਾਟ ਵੈਲਿਊ ਆਫ ਇਸ ਤਰੀਕੇ ਨਾਲ ਲਿਖ ਕੇ ਸਟ੍ਰਿੰਗ ਐਸ ਦੇ ਵਿੱਚ ਸਟੋਰ ਕਰ ਲਾਂਗੇ। ਐਸ ਨਾਮ ਦੀ ਇੱਕ ਸਟ੍ਰਿੰਗ ਹੈ ਉਸ ਦੇ ਵਿੱਚ ਸਟੋਰ ਕਰ ਲਾਂਗੇ। ਸਾਡਾ ਜਿਹੜਾ ਨੰਬਰ 30 ਹੈ ਉਹ 30 ਜਿਹਨੂੰ ਕਿ ਸਮ ਦੇ ਵਿੱਚ ਸਟੋਰ ਸੀ, ਅਸੀਂ ਇੰਟ ਟਾਈਪ ਦਾ ਮੰਨ ਰਹੇ ਸੀ, ਉਹੀ 30 ਰਹੂਗਾ 30। ਬਟ ਹੁਣ ਉਹ ਕਿਸ ਟਾਈਪ ਦਾ ਮੰਨਿਆ ਜਾਊਗਾ? ਸਟ੍ਰਿੰਗ ਟਾਈਪ ਦੀ ਹੋਈ, ਉਹ ਨੂਮੈਰਿਕ ਸਟ੍ਰਿੰਗ ਬਣ ਗਈ। ਕਿਹਦੀ ਹੈਲਪ ਨਾਲ? ਵੈਲਿਊ ਆਫ ਫੰਕਸ਼ਨ ਨੂੰ ਯੂਜ਼ ਕਰਕੇ। ਯਾਨੀ ਕਿ ਤੁਸੀਂ ਵੈਲਿਊ ਆਫ ਫੰਕਸ਼ਨ ਦੀ ਹੈਲਪ ਨਾਲ ਕਿਸੇ ਇੰਟੀਜਰ ਵੈਲਿਊ ਨੂੰ ਸਟ੍ਰਿੰਗ ਦੇ ਵਿੱਚ ਕਨਵਰਟ ਕਰ ਸਕਦੇ ਹੋ। ਤਾਂ ਅਸੀਂ ਇਸ ਨੂੰ ਕਨਵਰਟ ਕਰਕੇ ਕਿਸ ਦੇ ਵਿੱਚ ਸਟੋਰ ਕੀਤਾ? ਐਸ ਦੇ ਵਿੱਚ। ਤੇ ਉਸ ਤੋਂ ਬਾਅਦ ਅਸੀਂ ਐਸ ਨੂੰ ਹੀ ਪ੍ਰਿੰਟ ਕਰਕੇ ਦਿਖਾਤਾ 100 ਲੋਕੇਸ਼ਨ ਤੇ, ਯਾਨੀ ਕਿ XY ਦੀ। ਜਿਵੇਂ ਆਪਾਂ ਨਹੀਂ ਕਹਿੰਦੇ ਇੱਧਰੋਂ X ਦੇ 100 ਜਗ੍ਹਾ ਛੱਡ ਕੇ Y ਦੀ ਇੱਧਰੋਂ 100 ਜਗ੍ਹਾ ਛੱਡ ਕੇ, ਠੀਕ ਹੈ, ਜਿੱਥੇ ਵੀ ਬਣਿਆ ਉੱਥੇ ਪ੍ਰਿੰਟ ਕਰ ਦਿਓ। ਇੱਦਾਂ ਪ੍ਰਿੰਟ ਕਰਕੇ ਉਹ ਦਿਖਾ ਦਿੱਤਾ ਜਾਊਗਾ। ਇੱਥੇ ਇੱਕ ਚੀਜ਼ ਹੋਰ ਧਿਆਨ 'ਚ ਰੱਖੋ ਬੇਟਾ, ਜਿਹੜੀ ਤੁਹਾਨੂੰ ਮੈਂ ਕਟਵਾਇਆ ਸੀ ਸਮ, ਫਿਰ ਇਹ ਚੀਜ਼ ਯਾਨੀ ਕਿ ਅਸੀਂ ਇਕੱਲਾ 30 ਚਾਹੋ ਤਾਂ ਇਕੱਲਾ 30 ਨੂੰ ਵੀ ਤੁਸੀਂ ਸਟੋਰ ਕਰਵਾ ਸਕਦੇ ਹੋ। ਇਹਨਾਂ ਨੇ ਕੀ ਸਟੋਰ ਕਰਵਾਇਆ? ਸਮ ਕੋਲਨ 30 ਇਕੱਠਾ, ਦੋਨਾਂ ਚੀਜ਼ਾਂ ਨੂੰ ਇਕੱਠੀਆਂ ਨੂੰ ਹੀ ਕਰਕੇ ਐਸ ਦੇ ਵਿੱਚ ਕਨਵਰਟ ਕਰਵਾਤਾ। ਆ ਜਿਹੜਾ ਸਮ ਹੈ ਇਹ ਕੋਈ ਤੁਹਾਡੀ ਨੂਮੈਰਿਕ ਵੈਲਿਊ ਨਹੀਂ ਹੈ, ਇਹ ਜਸਟ ਡਬਲ ਕੋਟੇਸ਼ਨਸ ਦੇ ਵਿੱਚ ਇੱਕ ਅਸੀਂ ਲਈ ਹੋਈ ਸਟ੍ਰਿੰਗ ਆ, ਠੀਕ ਹੈ। ਚਾਹੋ ਇਕੱਲਾ 30 ਕਰਵਾ ਦਿਓ ਜਾਂ ਤੁਸੀਂ ਦੋ ਸਟ੍ਰਿੰਗਸ ਨੂੰ, ਇੱਕ ਸਟ੍ਰਿੰਗ ਹੋਗੀ ਸਮ, ਇੱਕ ਸਟ੍ਰਿੰਗ ਬਣ ਜੂਗੀ ਸਮ ਦੀ ਵੈਲਿਊ ਜਿਹੜੀ ਹੈਗੀ 30, ਦੋਨਾਂ ਦੇ ਵਿੱਚ ਪਲੱਸ ਆ ਯਾਨੀ ਕਿ ਦੋਨਾਂ ਨੂੰ ਇਕੱਠਾ ਕਰਕੇ ਕਨਕੈਟੀਨੇਟ ਕਰਕੇ ਇਸ ਦੇ ਵਿੱਚ ਸਟੋਰ ਕਰ ਦਿੱਤਾ ਜਾਊਗਾ। ਤਾਂ ਨੀਚੇ ਉਸੇ ਹੀ ਐਪਲੇਟ ਨੂੰ ਜੋ ਤੁਸੀਂ ਰਨ ਕਰੋਗੇ, ਕਲੀਅਰ, ਉਸ ਦੀ HTML ਫਾਈਲ ਬਣਾਈ, ਉਸ ਫਾਈਲ ਨੂੰ ਸੇਵ ਕਰਕੇ ਤੁਸੀਂ ਰਨ ਕਰਦੇ ਹੋ ਤਾਂ ਤੁਹਾਡੇ ਕੋਲ ਨੀਚੇ ਜਿਹੜਾ ਤੁਹਾਡਾ ਆਨਸਰ ਹੈ ਉਹ ਆ ਜਾਊਗਾ। ਜੇਕਰ ਤੁਸੀਂ ਉਸ ਤਰੀਕੇ ਨਾਲ ਨਹੀਂ ਕਰਦੇ, ਜਿੱਦਾਂ ਤੁਹਾਨੂੰ ਮੈਂ ਕਿਹਾ ਸੀ ਕਿ ਦੋ ਸਟ੍ਰਿੰਗ ਨਾ ਸਟੋਰ ਕਰੋ, ਤੁਸੀਂ ਸਮ ਛੱਡ ਹੀ ਦਿਓ, ਤਾਂ ਇੱਥੇ ਜਸਟ ਕੀ ਲਿਖਿਆ ਆ ਜਾਊਗਾ 30। ਦੋਨਾਂ ਚਾਹੁੰਦੇ ਹੋ 30 ਕਰਵਾ ਲਓ। ਜੇ ਤੁਸੀਂ ਚਾਹੁੰਦੇ ਹੋ ਸਮ ਇਜ਼ 30 ਆ ਲਿਖਿਆ ਆਵੇ ਤਾਂ ਫਿਰ ਤੁਸੀਂ ਐਵੇਂ ਸਟੋਰ ਕਰਵਾਉਂਦੇ, ਪਹਿਲਾਂ ਇੱਕ ਵੈਲਿਊ ਬਣਦੀ ਸਮ ਇਜ਼ ਪਲੱਸ ਉਸ ਨੂੰ ਕਨਵਰਟ ਕਰਕੇ। ਤਾਂ ਇਹ ਸੀ ਤੁਹਾਡਾ ਇੱਕ ਨੂਮੈਰਿਕ ਵੈਲਿਊਜ਼ ਨੂੰ
ਸਟ੍ਰਿੰਗ ਡਾਟ ਜਿਹੜਾ ਤੁਹਾਡਾ ਡਰਾ ਸਟ੍ਰਿੰਗ ਫੰਕਸ਼ਨ ਉਸ ਦੀ ਹੈਲਪ ਨਾਲ ਪ੍ਰਿੰਟ ਕਰਵਾਉਣ ਦਾ ਮੈਥਡ। ਤੇ ਨੈਕਸਟ ਲਾਸਟ ਜਿਹੜਾ ਟੌਪਿਕ ਹੈ ਸਾਡਾ ਇਸ ਦੇ ਵਿੱਚ ਉਹ ਹੈਗਾ ਗੈਟਿੰਗ ਇਨਪੁਟ ਫਰੋਮ ਯੂਜ਼ਰ। ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਐਪਲੇਟ ਦੇ ਉੱਪਰ ਕੋਈ ਟੈਕਸਟ ਬਾਕਸ ਬਣੇ ਆਉਣ ਤੇ ਅਸੀਂ ਉਸ ਟੈਕਸਟ ਬਾਕਸ ਦੇ ਵਿੱਚ ਕੋਈ ਵੈਲਿਊ ਭਰੀਏ, ਫਿਰ ਉਸ ਵੈਲਿਊ ਦੇ ਉੱਪਰ ਅਸੀਂ ਕੰਮ ਕਰੀਏ, ਜਾਣੀ ਕਿ ਅਸੀਂ ਯੂਜ਼ਰ ਤੋਂ ਇਨਪੁਟ ਲਵਾਂਗੇ ਵਿਦ ਦਾ ਹੈਲਪ ਆਫ ਟੈਕਸਟ ਬਾਕਸਿਸ। ਕਲੀਅਰ ਹੈ? ਤਾਂ ਉਸ ਦੇ ਲਈ ਅਸੀਂ ਟੈਕਸਟ ਫੀਲਡ ਲੈ ਸਕਦੇ ਹਾਂਗੇ। ਟੈਕਸਟ ਫੀਲਡ ਕੀ ਹੁੰਦੇ ਆ? ਟੈਕਸਟ ਵੈਲਿਊਜ਼ ਐਂਟਰ ਕਰਵਾਉਣ ਲਈ ਤੁਸੀਂ ਟੈਕਸਟ ਫੀਲਡ ਜਿੱਦਾਂ ਟੈਕਸਟ ਬਾਕਸਿਸ ਆ ਰਹੇ ਨੇ ਇਹਨੂੰ ਅਸੀਂ ਟੈਕਸਟ ਫੀਲਡ ਬੋਲਦੇ, ਤੁਸੀਂ ਇਹ ਲੈ ਸਕਦੇ ਹੋ। ਇਹਨਾਂ ਦੇ ਲੈਣ ਦਾ ਮੈਥਡ ਅਸੀਂ ਕਰਾਂਗੇ। ਅਸੀਂ ਕੀ ਕਰਾਂਗੇ, 2 ਟੈਕਸਟ ਬਾਕਸ ਬਣਾਵਾਂਗੇ, ਪਹਿਲਾਂ ਖਾਲੀ ਐਪਲੇਟ ਦੇ ਉੱਪਰ ਬਣੇ ਆਉਣ, ਫਿਰ ਯੂਜ਼ਰ ਉਹਦੇ ਵਿੱਚ ਵੈਲਿਊ ਐਂਟਰ ਕਰੇ। ਉਹ ਵੈਲਿਊ ਅਸੀਂ ਆਪਣੇ ਵੇਰੀਏਬਲ ਜਿਵੇਂ A B ਦੇ ਵਿੱਚ ਸਟੋਰ ਕਰਾਂਗੇ, ਫਿਰ ਦੋਨਾਂ ਨੂੰ ਪਲੱਸ ਕਰਾਂਗੇ A B ਨੂੰ, ਤੇ ਪਲੱਸ ਕਰਕੇ ਅਸੀਂ ਇੱਥੇ ਸਮ ਜਿਹੜਾ ਹੈ ਉਹ ਸ਼ੋਅ ਕਰਾਂਗੇ। ਹੋਪ ਇੰਨੀ ਗੱਲ ਕਲੀਅਰ ਹੋਈ। ਪਹਿਲਾਂ ਇਹ ਕੰਮ ਅਸੀਂ ਕਰਨਾ। ਤਾਂ ਹੁਣ ਪਹਿਲਾਂ ਅਸੀਂ ਦੇਖਦੇ ਹਾਂ ਕਿ ਟੈਕਸਟ ਬਾਕਸ ਡਰਾ ਕਿਵੇਂ ਹੁੰਦੇ ਆ, ਫਿਰ ਇਹਨਾਂ ਟੈਕਸਟ ਬਾਕਸ ਤੋਂ ਵੈਲਿਊ ਕਿਵੇਂ ਲੈਣੀ ਹੈ। ਵੈਲਿਊ ਲੈਣ ਦਾ ਤਰੀਕਾ ਬੇਟਾ ਦੇਖੋ, ਤੁਹਾਨੂੰ ਮੈਂ ਦੱਸਾਂ ਕਿ ਜਿਹੜਾ ਟੈਕਸਟ ਫੀਲਡ ਦੇ ਅੰਦਰਲੀ ਵੈਲਿਊ ਨਾ ਇਹਨੂੰ ਹਮੇਸ਼ਾ ਹੀ ਸਟ੍ਰਿੰਗ ਡਾਟਾ ਟਾਈਪ ਦਾ ਮੰਨਿਆ ਜਾਂਦਾ। ਤਾਂ ਜੇ ਸਟ੍ਰਿੰਗ ਡਾਟਾ ਟਾਈਪ ਮੰਨੀ ਜਾਂਦੀ ਹੈ ਦੈਟ ਮੀਨਸ ਅਸੀਂ ਤਾਂ ਇੰਟ A ਦੇ ਵਿੱਚ ਸਟੋਰ ਕਰਨਾ ਹੋਣਾ। ਤਾਂ ਹੁਣ ਫਿਰ ਸਾਨੂੰ ਸਟ੍ਰਿੰਗ ਨੂੰ ਨੰਬਰ ਦੇ ਵਿੱਚ ਕਨਵਰਟ ਕਰਨਾ ਪਊ। ਪਹਿਲਾਂ ਅਸੀਂ ਨੰਬਰ ਨੂੰ ਸਟ੍ਰਿੰਗ 'ਚ ਕੀਤਾ ਸੀ, ਹੁਣ ਸਟ੍ਰਿੰਗ ਨੂੰ ਨੰਬਰ ਦੇ ਵਿੱਚ ਕਨਵਰਟ ਕਰੋ। ਇਹ ਸਾਰੇ ਹੀ ਲੌਜਿਕ ਇਸ ਇੱਕ ਹੀ ਪ੍ਰੋਗਰਾਮ ਦੇ ਵਿੱਚ ਕਵਰ ਹੋ ਰਹੇ ਨੇ। ਤਾਂ ਚੈੱਕ ਕਰਦੇ ਅਸੀਂ ਪ੍ਰੋਗਰਾਮ। ਪਹਿਲਾਂ ਦਾ ਟੈਕਸਟ ਬਾਕਸ ਬਣਾਉਣ ਦਾ ਤੁਹਾਨੂੰ ਮੈਂ ਮੈਥਡ ਦੱਸ ਰਹੀ ਹਾਂ, ਪੂਰਾ ਪ੍ਰੋਗਰਾਮ ਨਹੀਂ। ਟੈਕਸਟ ਬਾਕਸ ਤੁਹਾਡੇ ਇਸ ਤਰੀਕੇ ਨਾਲ ਬਣਦੇ ਆ ਬੇਟਾ। ਤੁਸੀਂ ਟੈਕਸਟ ਫੀਲਡ ਕਲਾਸ ਦੇ 2 ਆਬਜੈਕਟ ਬਣਾਏ। ਟੈਕਸਟ ਫੀਲਡ ਜਿਹੜੀ ਕਲਾਸ ਹੈ ਉਹ ਆਲਰੇਡੀ ਇੱਕ ਬਣੀ ਹੋਈ ਕਲਾਸ ਆ ਜਾਵਾ ਦੇ AWT ਪੈਕੇਜ ਦੇ ਵਿੱਚ। ਅਸੀਂ ਟੈਕਸਟ ਬਾਕਸ ਬਣਾਉਣੇ ਆ, ਅਸੀਂ ਡਰੋਪ ਡਾਊਨ ਲਿਸਟ ਬਣਾਉਣੀ ਹੈ, ਅਸੀਂ ਚੈੱਕ ਬਾਕਸਿਸ ਬਣਾਉਣੇ ਆ। ਜਾਵਾ ਦੇ ਵਿੱਚ ਇਹ ਸਭ ਕੁਝ ਬਣ ਜਾਂਦਾ ਗਾ, ਤੁਹਾਨੂੰ ਯੂਜ਼ ਕਰਨੀ ਪੈਂਦੀ ਹੈ AWT ਪੈਕੇਜ ਨੂੰ। ਤਾਂ ਹੁਣ ਉਸ AWT ਪੈਕੇਜ ਦੇ ਅੰਦਰਲੀ ਜਿਹੜੀ ਕਲਾਸ ਹੈ ਤੁਹਾਡੀ ਟੈਕਸਟ ਫੀਲਡ, ਉਸ ਕਲਾਸ ਦੇ ਅਸੀਂ 2 ਆਬਜੈਕਟ ਬਣਾ ਲਏ ਕਿਉਂਕਿ ਅਸੀਂ 2 ਟੈਕਸਟ ਬਾਕਸ ਬਣਾਉਣਾ ਚਾਹੁੰਦੇ ਹਾਂ। ਤਾਂ ਇਹਦੇ ਲਿਖਣ ਦਾ ਮੈਥਡ ਇੱਦਾਂ ਹੀ ਰਹੂਗਾ ਬੇਟਾ। ਇੱਕ ਤਾਂ ਤੁਸੀਂ ਇਸ ਪੈਕੇਜ ਨੂੰ AWT ਨੂੰ ਇੰਪੋਰਟ ਕੀਤਾ ਹੋਇਆ ਹੋਵੇ, ਫਿਰ ਤੁਸੀਂ ਟੈਕਸਟ ਦੇ ਫੀਲਡ ਦੋਨਾਂ ਦਾ T ਤੇ F ਕੈਪੀਟਲ ਲਈ ਧਿਆਨ 'ਚ ਰੱਖਣਾ। ਆਬਜੈਕਟ ਦੇ ਨਾਮ ਤੁਸੀਂ ਜੋ ਚਾਹੋ ਰੱਖ ਸਕਦੇ ਹੋ, ਬਣਾਏ ਅਸੀਂ 2। ਫਿਰ ਉਹਨਾਂ 2 ਟੈਕਸਟ ਬਾਕਸਿਸ ਦੇ ਵਿੱਚ ਅਸੀਂ ਨਿਊ ਨੂੰ ਯੂਜ਼ ਕਰਕੇ, ਯਾਨੀ ਕਿ ਹੁਣ ਅਸੀਂ ਟੈਕਸਟ ਬਾਕਸ ਕ੍ਰੀਏਟ ਕਰਦੇ ਹਾਂ ਨਾ, ਤਾਂ ਅਸੀਂ ਟੈਕਸਟ ਬਾਕਸ ਦਾ ਸਾਈਜ਼ ਦਿੱਤਾ 8 ਯਾਨੀ ਕਿ ਤੁਹਾਡੇ ਇੱਕ ਟੈਕਸਟ ਫੀਲਡ ਬਣ ਜਾਣਗੇ ਉੱਥੇ ਜਿਨ੍ਹਾਂ ਦਾ ਸਾਈਜ਼ 8 ਹੈ, ਕਿ 8 ਸਾਈਜ਼ ਤੱਕ ਉਹ ਵੈਲਿਊਜ਼ ਨੂੰ ਲੈ ਸਕਦਾ ਗਾ। ਕਲੀਅਰ? ਫਿਰ ਉਹਨਾਂ ਟੈਕਸਟ ਬਾਕਸਿਸ ਨੂੰ ਐਪਲੇਟ ਦੇ ਵਿੱਚ ਜਦੋਂ ਤੁਸੀਂ ਐਡ ਕਰਨਾ, ਤੁਸੀਂ ਐਡ ਕਰੋਗੇ ਤੇ ਉਹ ਟੈਕਸਟ ਬਾਕਸ ਤੁਹਾਡੇ ਬਣੇ ਆ ਜਾਣਗੇ। ਕਲੀਅਰ? ਫਿਰ ਅਸੀਂ ਉਹਦੀ ਸੈੱਟ ਟੈਕਸਟ ਹੁੰਦਾ ਕਿ ਇਹਦੇ ਅੰਦਰਲੀ ਵੈਲਿਊ ਨੂੰ ਜੇ ਅਸੀਂ ਸੈੱਟ ਕਰਨਾ, ਤਾਂ ਅਸੀਂ ਕੀ ਸੈੱਟ ਕੀਤਾ, ਅਸੀਂ ਕਿਹਾ ਸ਼ੁਰੂ ਦੇ ਵਿੱਚ ਉੱਥੇ ਕੀ ਲਿਖਿਆ ਹੋਵੇ 0। ਪਹਿਲੇ ਟੈਕਸਟ ਬਾਕਸ 'ਚ ਵੀ 0 ਲਿਖਿਆ ਹੋਵੇ, ਦੂਜੇ ਟੈਕਸਟ ਬਾਕਸ ਦੇ ਵਿੱਚ ਵੀ ਸ਼ੁਰੂ ਦੇ ਵਿੱਚ 0 ਲਿਖਿਆ ਹੋਵੇ। ਤਾਂ ਸੈੱਟ ਟੈਕਸਟ ਦੇ ਨਾਲ ਅਸੀਂ ਇਹਨਾਂ ਟੈਕਸਟ ਬਾਕਸ ਦੇ ਅੰਦਰਲੀ ਵੈਲਿਊ ਨੂੰ ਸੈੱਟ ਕਰ ਸਕਦੇ। ਤੇ ਗੈਟ ਦੇ ਨਾਲ ਜੇਕਰ ਅਸੀਂ ਇਹਨਾਂ ਦੇ ਅੰਦਰਲੀ ਵੈਲਿਊ ਨੂੰ ਰੀਡ ਕਰਨਾ ਚਾਹੁੰਦੇ ਤਾਂ ਉਦੋਂ ਅਸੀਂ ਗੈਟ ਟੈਕਸਟ ਯੂਜ਼ ਕਰਾਂਗੇ। ਕਲੀਅਰ? ਤਾਂ ਹਜੇ ਤੱਕ ਅਸੀਂ ਸਿਰਫ ਇਹ ਟੈਕਸਟ ਬਾਕਸਿਸ ਬਣਾਏ ਨੇ, ਟੈਕਸਟ ਬਾਕਸ ਬਣਾਏ ਆ, ਠੀਕ ਹੈ। ਉਹਨਾਂ ਨੂੰ ਐਡ ਕਰਤਾ ਐਪਲੇਟ 'ਤੇ, ਉਹਨਾਂ ਦੇ ਵਿੱਚ ਸ਼ੁਰੂ 'ਚ ਅਸੀਂ ਕਹਿੰਦਾ 0 ਲਿਖੀ ਆਵੇ। ਉਸ ਤੋਂ ਬਾਅਦ ਦੇਖੋ ਜਦੋਂ ਬਾਅਦ ਦੇ ਵਿੱਚ ਜਾ ਕੇ, ਠੀਕ ਹੈ, ਅਸੀਂ ਉਹਨਾਂ ਦੀ ਵੈਲਿਊ ਲੈ ਕੇ ਉਹਨਾਂ ਨੂੰ ਪ੍ਰਿੰਟ ਵਗੈਰਾ ਕਰਾਂਗੇ। ਤਾਂ ਉਸ ਦੇ ਲਈ ਅਸੀਂ ਇੰਟੀਜ਼ਰ XYZ ਲੈ ਲਿਆ ਕਿ ਪਹਿਲੇ ਟੈਕਸਟ ਬਾਕਸ ਦੀ ਵੈਲਿਊ X 'ਚ ਆ ਜਾਏ, ਦੂਸਰੇ ਦੀ ਵੈਲਿਊ Y 'ਚ ਆ ਜਾਏ, ਪਲੱਸ ਕਰਕੇ ਅਸੀਂ Z ਦੇ ਵਿੱਚ ਸਟੋਰ ਕਰਾਂਗੇ। ਤਾਂ ਅਸੀਂ ਪਹਿਲਾਂ ਗੈਟ ਟੈਕਸਟ ਫੰਕਸ਼ਨ ਦੀ ਹੈਲਪ ਨਾਲ, ਗੈਟ ਟੈਕਸਟ ਤੋਂ ਮੈਂ ਦੱਸਿਆ ਟੈਕਸਟ ਵੀ ਜਿਹੜੀ ਟੈਕਸਟ ਫੀਲਡ ਦੀ ਜਿਹੜੀ ਵੈਲਿਊ ਉਹ ਸਾਨੂੰ ਦਊਗਾ ਵਾਪਸ ਲੈ ਕੇ, ਠੀਕ ਹੈ। ਤਾਂ ਪਹਿਲੇ ਟੈਕਸਟ ਬਾਕਸ ਦੀ ਰੈਫਰੈਂਸ ਸਾਡੀ ਟੈਕਸਟ 1 ਸੀ ਨਾ, ਆਪਾਂ ਉੱਪਰ ਨਾਮ ਰੱਖੇ ਹੋਏ ਬੇਟਾ, ਧਿਆਨ ਦਿਓ, ਆਪਾਂ ਟੈਕਸਟ 1 ਟੈਕਸਟ 2 ਨਾਮ ਰੱਖੇ ਸੀ, ਠੀਕ ਹੈ। ਤਾਂ ਅਸੀਂ ਕਿਹਾ ਟੈਕਸਟ 1 ਦੇ ਅੰਦਰਲੀ ਜਿਹੜੀ ਵੈਲਿਊ ਹੈ ਉਹਨੂੰ ਕਰੇ ਗੈਟ ਤੇ S1 ਦੇ ਵਿੱਚ ਸਟੋਰ ਕਰ ਦੇ। ਇੱਥੇ ਇਹਨਾਂ ਨੇ ਕਨਵਰਜਨ ਨਹੀਂ ਕੀਤੀ ਕਿਉਂਕਿ ਪਹਿਲਾਂ ਇਹਨਾਂ ਨੇ ਪੁਆਈ ਸਟ੍ਰਿੰਗ ਦੇ ਵਿੱਚ ਲਿਆ, ਤੁਸੀਂ ਓਕੇ। ਪਹਿਲੇ ਇੱਕ ਵਾਰ ਮੈਂ ਇਸੇ ਅਕੋਰਡਿੰਗ ਸਮਝਾ ਰਹੀ ਹਾਂ। ਫਿਰ ਉਸ S1 ਦੀ ਵੈਲਿਊ ਨੂੰ ਇੰਟੀਜ਼ਰ ਡਾਟ ਪਾਰਸ ਇੰਟ ਦੀ ਹੈਲਪ ਨਾਲ, ਇਸ ਮੈਥਡ ਦੀ ਹੈਲਪ ਨਾਲ ਅਸੀਂ ਸਟ੍ਰਿੰਗ ਨੂੰ ਨੰਬਰ ਵਾਲੇ ਮਤਲਬ ਇੰਟੀਜ਼ਰ ਦੇ ਵਿੱਚ ਕਨਵਰਟ ਕਰਕੇ X 'ਚ ਸਟੋਰ ਕਰਵਾਤਾ। ਤੁਸੀਂ ਚਾਹੁੰਦੇ ਤਾਂ ਇੱਥੇ ਹੀ ਲਿਖ ਦਿੰਦੇ ਇੰਟੀਜ਼ਰ ਡਾਟ ਪਾਰਸ ਇੰਟ, ਫਿਰ ਬ੍ਰੈਕਟ 'ਚ ਦਿੰਦੇ, S1 ਦੀ ਜਗ੍ਹਾ 'ਤੇ ਬ੍ਰੈਕਟ 'ਚ ਦੇ ਦਿੰਦੇ, ਸਾਨੂੰ S1 ਦੀ ਲੋੜ ਹੀ ਨਹੀਂ ਸੀ। ਕਲੀਅਰ?
ਤਾਂ ਅਸੀਂ ਇਸ ਤਰੀਕੇ ਨਾਲ ਦੋਨਾਂ ਟੈਕਸਟ ਬਾਕਸਿਸ ਦੀ ਵੈਲਿਊ ਕਰ ਲਾਂਗੇ ਗੈਟ ਤੇ ਐਕਸ ਵਾਈ ਦੇ ਵਿੱਚ ਕਰ ਲਾਂਗੇ ਸਟੋਰ। ਫਿਰ ਐਕਸ ਵਾਈ ਨੂੰ ਅਸੀਂ ਕਰਾਂਗੇ ਪਲੱਸ। ਅੱਛਾ, ਇਹਨਾਂ ਨੇ ਟਰਾਈ ਕੈਚ ਲਗਾਇਆ, ਉਸਦਾ ਇੱਕ ਰੀਜ਼ਨ ਹੈ, ਆਪਾਂ ਬਾਅਦ 'ਚ ਕਰਦੇ ਹਾਂ। ਤਾਂ ਉਹਨਾਂ ਦੋਨਾਂ ਐਕਸ ਵਾਈ ਨੂੰ ਪਲੱਸ ਕਰਕੇ ਸਟੋਰ ਕਰਵਾ ਲਿਆ ਜ਼ੈਡ ਦੇ ਵਿੱਚ। ਹੁਣ ਜ਼ੈਡ ਦੀ ਦਿੱਕਤ ਫਿਰ ਉਹੀ ਹੈ ਕਿ ਜ਼ੈਡ ਦੀ ਡਾਟਾ ਟਾਈਪ ਇੰਟੀਜ਼ਰ ਹੈ। ਜਦੋਂ ਵਾਪਸ ਅਸੀਂ ਜੀ ਡਰਾ ਸਟਰਿੰਗ ਨਾਲ ਇਸ ਨੂੰ ਪ੍ਰਿੰਟ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹਨੂੰ ਸਟਰਿੰਗ ਮੰਨੂਗਾ। ਤਾਂ ਅਸੀਂ ਜ਼ੈਡ ਨੂੰ ਸਟਰਿੰਗ ਡਾਟ ਵੈਲਿਊ ਆਫ ਫੰਕਸ਼ਨ ਦੀ ਹੈਲਪ ਨਾਲ ਸਟਰਿੰਗ ਦੇ ਵਿੱਚ ਚੇਂਜ ਕੀਤਾ ਤੇ ਉਸੇ ਸਟਰਿੰਗ ਨੂੰ ਅਸੀਂ ਪ੍ਰਿੰਟ ਕਰਕੇ ਦਿਖਾਤਾ। ਇਸ ਤੋਂ ਇਲਾਵਾ ਇਹਨਾਂ ਨੇ ਇਹ ਮੈਸੇਜ ਵੀ ਦਿਖਾਇਆ ਹੋਇਆ ਦ ਸਮ ਇਜ਼ ਕਿ 1075 ਪੋਜੀਸ਼ਨ 'ਤੇ ਇਹ ਮੈਸੇਜ ਦਿਖਾ ਦੇ, ਫਿਰ ਉਸ ਤੋਂ ਬਾਅਦ 175 'ਤੇ ਇਹ ਵਾਲਾ ਮੈਸੇਜ ਲਿਖਿਆ ਆਵੇ ਇੱਦਾਂ। ਕਲੀਅਰ। ਤਾਂ ਹੁਣ ਪ੍ਰੋਗਰਾਮ ਸ਼ੁਰੂ ਕਰਦੇ ਸੀ ਸਟਾਰਟਿੰਗ ਤੋਂ ਸਾਡਾ ਪ੍ਰੋਗਰਾਮ, ਜਿਸ ਦੇ ਵਿੱਚ ਕਿ ਅਸੀਂ ਦੋ ਪੈਕੇਜ ਇੰਪੋਰਟ ਕੀਤੇ ਆ AWT ਤੇ ਐਪਲੇਟ ਪੈਕੇਜ, ਕਿਉਂਕਿ ਐਪਲੇਟ ਨਾਲ ਰਿਲੇਟਡ ਸਾਰੀ ਕੋਡਿੰਗ ਐਪਲੇਟ ਪੈਕੇਜ ਦੇ ਵਿੱਚ ਹੈ। ਤੇ ਗ੍ਰਾਫਿਕਸ ਦੀ ਜਿਵੇਂ ਗ੍ਰਾਫਿਕਸ ਕਲਾਸ ਹੋ ਗਈ ਜਾਂ ਤੁਹਾਡਾ ਟੈਕਸਟ ਨੀਚੇ ਸੇ ਬਾਕਸਿਸ ਬਣਾਉਣੇ ਆ ਤਾਂ ਉਹ ਸਾਰੇ AWT ਦੇ ਵਿੱਚ ਹੈ। ਇਸ ਕਰਕੇ ਅਸੀਂ ਉਹਨੂੰ ਕੀਤਾ ਇੰਪੋਰਟ। ਫਿਰ ਅਸੀਂ ਇੱਕ ਕਲਾਸ ਬਣਾਈ ਯੂਜ਼ਰ ਇਨ, ਜਿਹੜੀ ਕਿ ਤੁਹਾਡੀ ਐਪਲੇਟ ਕਲਾਸ ਨੂੰ ਇਨਹੈਰਿਟ ਕਰੂਗੀ ਤੇ ਉਹ ਕਲਾਸ ਪਬਲਿਕ ਵੀ ਹੋਣੀ ਚਾਹੀਦੀ ਹੈ। ਫਿਰ ਟੈਕਸਟ ਫੀਲਡ 'ਤੇ ਅਸੀਂ ਦੋ ਆਬਜੈਕਟ ਬਣਾਏ ਨੇ। ਕਲੀਅਰ। ਤੇ ਉਹ ਦੋ ਆਬਜੈਕਟ ਦਾ ਨੀਚੇ ਇਨਿਟ, ਹੁਣ ਤੁਹਾਡੇ ਯਾਦ ਹੈ ਇਨਿਟ ਆਪਾਂ ਕੀਤਾ ਹੋਇਆ ਸੀ ਕਿ ਜਾ ਐਪਲੇਟ ਦੇ ਵਿੱਚ ਇਨਿਟ ਫੰਕਸ਼ਨ ਹੈ ਜਿਹੜਾ ਕਿ ਜਦੋਂ ਐਪਲੇਟ ਲੋਡ ਹੋਣ ਲੱਗਦਾ ਉਦੋਂ ਚੱਲਦਾ, ਉਦੋਂ ਸਾਰੀਆਂ ਸੈਟਿੰਗਸ ਉਹ ਆਪਣੇ ਆਪ ਕਰ ਦੂ। ਯਾਨੀ ਕਿ ਜਦੋਂ ਐਪਲੇਟ ਲੋਡ ਹੋਣ ਲੱਗੂਗਾ ਤਾਂ ਟੈਕਸਟ ਬਾਕਸਿਸ ਆਪਣੇ ਆਪ ਬਣੇ ਆ ਜਾਣਗੇ। ਉਹ ਕੋਡਿੰਗ ਅਸੀਂ ਇੱਥੇ ਕੀਤੀ ਹੈ ਇਨਿਟ ਦੇ ਵਿੱਚ। ਤਾਂ ਉਸ ਫੰਕਸ਼ਨ ਦੇ ਵਿੱਚ ਤੁਸੀਂ ਕੋਡਿੰਗ ਕੀਤੀ, ਦੋ ਟੈਕਸਟ ਬਾਕਸਿਸ ਬਣਾਏ, ਦੋਨਾਂ ਨੂੰ ਐਡ ਕੀਤਾ, ਦੋਨਾਂ ਦਾ ਟੈਕਸਟ ਸੈੱਟ ਕਰ ਦਿੱਤਾ। ਫਿਰ ਪੇਂਟ ਫੰਕਸ਼ਨ ਦੀ ਹੈਲਪ ਨਾਲ, ਪੇਂਟ ਫੰਕਸ਼ਨ ਅਸੀਂ ਕਦੋਂ ਯੂਜ਼ ਕਰਦੇ ਜਦੋਂ ਅਸੀਂ ਕੁਝ ਪ੍ਰਿੰਟ ਕਰਵਾਉਣਾ ਹੁੰਦਾ ਐਪਲੇਟ ਦੇ ਉੱਪਰ। ਤਾਂ ਪੇਂਟ ਫੰਕਸ਼ਨ ਦੀ ਹੈਲਪ ਨਾਲ ਅਸੀਂ ਤਿੰਨ ਵੇਰੀਏਬਲ ਹੈ ਜਿਸ ਦੇ ਵਿੱਚ ਇੰਟੀਜਰ ਟਾਈਪ ਦੇ ਤਿੰਨ ਹੀ ਅਸੀਂ ਸਟਰਿੰਗ ਟਾਈਪ ਦੇ ਲੈ ਲਏ, ਹਾਲਾਂਕਿ ਜ਼ਰੂਰਤ ਨਹੀਂ ਸੀ ਬਟ ਬੁੱਕ ਵਾਲਿਆਂ ਨੇ ਥੋੜ੍ਹਾ ਘੁਮਾ ਕੇ ਬਣਾਇਆ ਹੋਇਆ। ਫਿਰ ਅਸੀਂ ਇੱਕ ਮੈਸੇਜ ਪ੍ਰਿੰਟ ਕਰਕੇ ਦਿਖਾਤਾ, ਇਨਪੁਟ ਅ ਨੰਬਰ ਇਨ ਈਚ ਬਾਕਸ, ਇਹ ਪਹਿਲਾਂ ਲਿਖਿਆ ਹੋਊਗਾ। ਫਿਰ ਯੂਜ਼ਰ ਨੇ ਸਪੋਜ਼ ਕਰੋ ਵੈਲਿਊ ਇਨਪੁਟ ਕੀਤੀ ਤਾਂ ਅਸੀਂ ਐਕਸੈਪਸ਼ਨ ਹੈਂਡਲਿੰਗ ਦੀ ਹੈਲਪ ਨਾਲ ਟਰਾਈ ਕੈਚ ਲਗਾਵਾਂਗੇ, ਉਹ ਬਾਅਦ 'ਚ ਕਰਦੇ ਹਾਂ। ਤਾਂ ਅਸੀਂ ਉਹਨਾਂ ਦੀ ਵੈਲਿਊ ਕੀਤੀ ਗੈਟ S1 'ਚ ਪਵਾ ਲਈ। S1 ਦੀ ਵੈਲਿਊ ਜਿਹੜੀ ਸਟਰਿੰਗ ਹੈ, ਕਿਉਂਕਿ ਦੇਖੋ ਸਟਰਿੰਗ ਜਿਹੜੀ ਤੁਹਾਨੂੰ ਮੈਂ ਕਿਹਾ ਸੀ ਟੈਕਸਟ ਬਾਕਸ ਦੀ ਵੈਲਿਊ ਹੁੰਦੀ ਹੈ ਉਹ ਸਟਰਿੰਗ ਟਾਈਪ ਮੰਨੀ ਜਾਂਦੀ ਹੈ। ਤਾਂ ਪਹਿਲਾਂ ਅਸੀਂ ਸਟਰਿੰਗ ਦੇ ਵਿੱਚ ਪਵਾ ਲਈ, ਫਿਰ ਅਸੀਂ ਇਸ ਨੂੰ ਕਨਵਰਟ ਕਰਕੇ ਇੰਟੀਜਰ ਦੇ ਵਿੱਚ X 'ਚ ਸਟੋਰ ਕਰ ਲਿਆ। ਸੇਮ ਚੀਜ਼ ਅਸੀਂ ਟੈਕਸਟ 2 ਲਈ ਵੀ ਫੋਲੋ ਕੀਤੀ ਤਾਂ ਵੈਲਿਊ ਨੂੰ ਬਾਈ 'ਚ ਸਟੋਰ ਕਰ ਲਿਆ। ਉਸ ਤੋਂ ਬਾਅਦ ਅਸੀਂ ਕੈਚ ਫੰਕਸ਼ਨ ਦੀ ਹੈਲਪ ਦੇ ਨਾਲ, ਸੌਰੀ ਕੈਚ ਨੂੰ ਤੁਸੀਂ ਇੱਕ ਵਾਰ ਛੱਡੋ, ਫਿਰ ਅਸੀਂ ਦੋਨਾਂ ਨੂੰ ਕੀਤਾ ਪਲੱਸ ਤੇ Z ਦੀ ਵੈਲਿਊ ਜੋ ਕਿ ਇੰਟੀਜਰ ਸੀ ਸਟਰਿੰਗ ਦੇ ਵਿੱਚ ਕਨਵਰਟ ਕੀਤਾ ਐਸ ਸਟਰਿੰਗ ਦੇ ਵਿੱਚ, ਤੇ ਉਸ ਨੂੰ ਡਰਾ ਸਟਰਿੰਗ ਫੰਕਸ਼ਨ ਦੀ ਹੈਲਪ ਨਾਲ ਅਸੀਂ ਪਹਿਲਾਂ ਇੱਕ ਮੈਸੇਜ ਦਿਖਾਇਆ ਦ ਸਮ ਇਜ਼, ਤੇ ਫਿਰ ਉਸ ਦੀ ਵੈਲਿਊ ਨੂੰ ਪ੍ਰਿੰਟ ਕਰਕੇ ਦਿਖਾ ਦਿੱਤਾ। ਕਲੀਅਰ। ਤੇ ਉਸ ਤੋਂ ਬਾਅਦ ਅਸੀਂ ਇੱਥੇ ਇੱਕ ਹੋਰ ਫੰਕਸ਼ਨ ਬਣਾਇਆ ਹੋਇਆ ਹੈਗਾ ਪਬਲਿਕ ਬੂਲੀਅਨ ਐਕਸ਼ਨ ਨਾਮ ਦਾ ਇੱਕ ਬਣਾਇਆ ਜਿਸ ਦੀ ਡਾਟਾ ਟਾਈਪ ਬੂਲੀਅਨ ਹੈ, ਜਿਸ ਦੇ ਵਿੱਚ ਅਸੀਂ ਰੀਪੇਂਟ ਕਿਹਾ ਕਿ ਜੇ ਬੰਦਾ ਕੋਈ ਐਕਸ਼ਨ ਕਰਦਾ ਹੈਗਾ, ਠੀਕ ਹੈ, ਜਿਵੇਂ ਅਸੀਂ ਵਾਪਸ ਤੋਂ ਕਲਿੱਕ ਕਰ ਰਹੇ ਹਾਂ ਤਾਂ ਉਹ ਵਾਪਸ ਕੀ ਹੋ ਜੇ ਰੀਪੇਂਟ। ਤਾਂ ਹੁਣ ਆਉਂਦੀ ਹੈ ਇੱਥੇ ਟਰਾਈ ਕੈਚ ਦੀ ਗੱਲ ਕਿ ਟਰਾਈ ਕੈਚ ਅਸੀਂ ਕਿਉਂ ਲਗਾਇਆ ਸੀ। ਟਰਾਈ ਕੈਚ ਅਸੀਂ ਇਸ ਕਰਕੇ ਲਗਾਇਆ ਕਿ ਜਦੋਂ ਇਹ ਸਾਰਾ ਕੰਮ ਕਰਦੇ ਜੇ ਕੋਈ ਐਕਸੈਪਸ਼ਨ ਆਉਂਦੀ ਹੈ, ਐਕਸੈਪਸ਼ਨ ਮਤਲਬ ਕਿ ਸਪੋਜ਼ ਕਰੋ ਟੈਕਸਟ ਬਾਕਸ ਦੀ ਵੈਲਿਊ ਗੈਟ ਕਰ ਰਿਹਾ ਹੈਗਾ, ਠੀਕ ਹੈ, ਉਹ ਬਟ ਗੈਟ ਕਰਕੇ ਇੰਟੀਜਰ ਦੇ ਵਿੱਚ ਤਾਂ ਹੀ ਕਨਵਰਟ ਕਰੂ ਨਾ ਜੇ ਉਹ ਸਟਰਿੰਗ ਨੰਬਰਾਂ ਵਾਲੀ ਹੋਊਗੀ। ਜੇ ਇੱਥੇ ਬੇਟਾ ਨੰਬਰ ਦੀ ਜਗ੍ਹਾ 'ਤੇ ਮੈਂ ਲਿਖਿਆ ਹੀ ABCD ਹੁੰਦਾ, ਕਿ ਉਹ ABCD ਨੂੰ ਨੰਬਰ 'ਚ ਕਨਵਰਟ ਕਰੂਗਾ? ਨਹੀਂ। ਹਾਂ, ਜੇ ਨੰਬਰਾਂ ਵਾਲੀ ਸਟਰਿੰਗ ਹੈ, ਸਪੋਜ਼ ਕਰੋ 550 ਹੈ ਸਟਰਿੰਗ ਬਟ ਨੂਮੈਰਿਕ ਸਟਰਿੰਗ ਹੈ, ਨੰਬਰ ਵਾਲੀ ਸਟਰਿੰਗ ਹੈ, ਇਹ ਕਨਵਰਟ ਹੋ ਜੂਗੀ ਬਟ ਅਲਫਾਬੈਟ ਥੋੜ੍ਹੀ ਕਨਵਰਟ ਹੋਣਗੇ, ABCD ਨਹੀਂ ਕਨਵਰਟ ਹੋ ਪਾਉਗੇ। ਤਾਂ ਉਦੋਂ ਐਕਸੈਪਸ਼ਨ ਆਉਂਦੀ ਹੁੰਦੀ ਹੈ, ਤੁਹਾਡਾ ਪ੍ਰੋਗਰਾਮ ਅੱਧ ਦੇ ਵਿੱਚੋਂ ਹੀ ਚੱਲਣਾ ਬੰਦ ਕਰ ਦੂ। ਤਾਂ ਉਸੇ ਚੀਜ਼ ਨੂੰ ਹੈਂਡਲ ਕਰਨ ਲਈ ਅਸੀਂ ਇੱਥੇ ਟਰਾਈ ਤੇ ਕੈਚ ਲਗਾਇਆ ਗਾ। ਕਲੀਅਰ। ਤਾਂ ਇਹ ਸੀ ਤੁਹਾਡਾ ਸਾਰਾ ਪ੍ਰੋਗਰਾਮ ਜਿਸ ਨੂੰ ਤੁਸੀਂ ਕਵਰ ਕਰਕੇ ਦੇਖੋਗੇ। ਤੇ ਉਸ ਤੋਂ ਬਾਅਦ ਅਸੀਂ HTML ਦੀ ਕੋਡਿੰਗ ਵੀ ਨਾਲ ਸ਼ੋਅ ਕੀਤੀ ਕਿ HTML ਦੇ ਵਿੱਚ ਅਸੀਂ ਕੀ ਕਰਾਂਗੇ। ਓਬਵੀਅਸ ਅਸੀਂ ਐਪਲੇਟ ਵਾਲੀ ਕਲਾਸ ਦਾ ਨਾਮ ਦੇਵਾਂਗੇ, ਹਾਈਟ ਵਿਡਥ ਦੱਸਾਂਗੇ ਤੁਹਾਡੇ ਐਪਲੇਟ ਦੀ ਸਕਰੀਨ ਦੀ ਕਿੰਨੀ ਹਾਈਟ ਵਿਡਥ ਹੋਵੇ, ਤੇ ਉਸ ਦਾ ਰਿਜ਼ਲਟ ਦੇਖਣ ਲਈ ਅਸੀਂ ਐਪਲੇਟ ਵਿਊਅਰ ਨੂੰ ਯੂਜ਼ ਕਰਾਂਗੇ। ਸਾਰੇ ਪੁਰਾਣੇ ਹੀ ਸਟੈਪ ਨੇ ਤੁਹਾਡੇ। ਤਾਂ ਕੁਝ ਇਸ ਤਰੀਕੇ ਨਾਲ ਤੁਹਾਡੀ ਆਊਟਪੁੱਟ ਆਊਗੀ। ਸ਼ੁਰੂ ਦੇ ਵਿੱਚ ਟੈਕਸਟ ਬਾਕਸ ਦੇ ਵਿੱਚ ਤੁਹਾਡੇ ਕੋਲ 0 ਲਿਖੀ ਹੋਈ ਆਊਗੀ। ਫਿਰ ਜਦੋਂ ਤੁਸੀਂ ਵੈਲਿਊਜ਼ ਦੇ ਵਿੱਚ ਐਂਟਰ ਕਰੋਗੇ, ਤੁਸੀਂ ਜਦੋਂ ਵੀ ਕਿਤੇ ਕਲਿੱਕ ਕੀਤਾ ਇਹ ਜਿਹੜਾ ਤੁਹਾਨੂੰ ਇਹ ਆਨਸਰ ਪ੍ਰਿੰਟ ਕਰਕੇ ਦਿਖਾ ਦਿਆ ਕਰੂਗਾ। ਤਾਂ ਇਹ ਸੀ ਤੁਹਾਡਾ ਪ੍ਰੋਗਰਾਮ ਜਿਸ ਦੇ ਵਿੱਚ ਥੋੜ੍ਹੀ ਬਹੁਤ ਅਸੀਂ ਟੈਕਸਟ ਫੀਲਡ ਵੀ ਯੂਜ਼ ਕਰਕੇ ਦਿਖਾਇਆ
ਐਸੇ ਪ੍ਰੋਗਰਾਮ ਨੂੰ ਤੁਹਾਡੇ ਇੱਥੇ ਵੀ ਬੇਟਾ ਪ੍ਰੋਪਰ ਐਕਸਪਲੇਨ ਕੀਤਾ ਹੋਇਆ, ਚਾਹੋ ਤੁਸੀਂ ਤਾਂ ਇੱਥੋਂ ਵੀ ਇਸ ਨੂੰ ਪ੍ਰੋਪਰ ਰੀਡ ਕਰ ਸਕਦੇ ਹੋ। ਇਹ ਸੀ ਸਾਡਾ ਲਾਸਟ ਟੌਪਿਕ ਚੈਪਟਰ ਨੰਬਰ 14 ਐਪਲੇਟ ਦਾ।